ਤੱਤੀ ਵਾਹ ਨਾ ਲੱਗਈ, ਸਤਿਗੁਰ ਰੱਖੇ ਆਪ। ਮਨੁੱਖ ਪਰਮਾਤਮਾ ਦੀ ਕਰਨੀ ਤੋਂ ਬੇਖਬਰ ਰਹਿੰਦਾ ਹੈ। ਜੇ ਕੋਈ ਸਰੀਰਕ ਰੋਗ ਹੋ ਗਿਆ ਤਾਂ ਡਾਕਟਰੀ ਸਹਾਇਤਾ ਨਾਲ ਇਲਾਜ ਹੋ ਗਿਆ, ਉਸ ਦਾ ਸਿਹਰਾ ਭਾਵ ਸ਼ਾਬਾਸ਼ ਡਾਕਟਰ ਨੂੰ ਜਾਂਦਾ ਹੈ। ਪਰ ਇਸ ਦੇ ਉਲਟ ਜੇ ਭਾਣੇ ਅੰਦਰ ਆ ਗਿਆ ਤਾਂ ਕੋਸਿਆ ਪਰਮਾਤਮਾ ਨੂੰ ਜਾਂਦਾ ਹੈ। ਪਰ ਅਰੋਗਤਾ ਮਿਲਣ ਸਮੇਂ ਉਸ ਦੀ ਬਖਸ਼ਿਸ਼ ਨੂੰ, ਮਿਹਰ ਨੂੰ ਭੁਲਾ ਦਿੱਤਾ ਜਾਂਦਾ ਹੈ। ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਮਾਨਵ ਜਾਤੀ ਤੇ ਹੋਵੇ ਤਾਂ ਤੱਤੀ ਹਵਾ ਵੀ ਨਹੀਂ ਲੱਗਦੀ, ਕਿਉਂਕਿ ਸਰੀਰਕ ਕਸ਼ਟ, ਦੁੱਖ ਸੁੱਖ ਉਹਨਾਂ ਦੀ ਸਰਪ੍ਰਸਤੀ ਹੇਠ ਹੁਕਮ ਦੀ ਉਡੀਕ ਵਿੱਚ ਖੜੇ ਹਨ। ਅਸਲੀਅਤ ਸਮਝਣ ਵਾਲਾ ਸ੍ਰੇਸ਼ਟ ਬੁੱਧੀਮਾਨ ਤਾਂ ਉਸ ਦੀ ਰਜ਼ਾ ਅੰਦਰ ਹੀ ਸੰਸਾਰਕ ਜੀਵਨ ਜਿਉਂਦਾ ਹੈ। ਬਾਬਾ ਜੀ ਦਾ ਸੇਵਕ ਸੇਠ ਗੋਰੀਆ ਮੱਲ ਬੜਾ ਭਰੋਸੇ ਵਾਲਾ ਇਨਸਾਨ ਸੀ। ਹਰ ਵੇਲੇ ਹੁਕਮ ਵਿੱਚ ਰਹਿਣਾ, ਸੇਵਾ ਭਾਵਨਾ ਮਨ ਅੰਦਰ ਬਣੀ ਰਹਿਣੀ। ਇੱਕ ਦਿਨ ਬਾਬਾ ਜੀ ਨੇ ਹੁਕਮ ਦਿੱਤਾ ਕਿ ਗੋਰੀਆ ਮੱਲ ਅੱਜ ਇੱਥੇ ਪਹਿਰੇ ਪੈਣਾ ਹੈ। ਗੋਰੀਆ ਮੱਲ ਨੇ ਕਿਸੇ ਘਰੇਲੂ ਜ਼ਰੂਰੀ ਕੰਮ ਕਾਰਨ ਨਾ ਆ ਸਕਣ ਦੀ ਮਜਬੂਰੀ ਦੱਸੀ। ਹਜੂਰ ਨੇ ਕਿਹਾ, ਚੰਗਾ ਕੋਈ ਆਪਣੀ ਥਾਂ ਕਿਸੇ ਹੋਰ ਨੂੰ ਭੇਜ ਦੇ। ਗੋਰੀਆ ਮੱਲ ਸਤ ਬਚਨ ਕਹਿ ਕੇ ਘਰ ਵੱਲ ਚਲਾ ਗਿਆ। ਉਸਨੇ ਇੱਕ ਹੋਰ ਸੇਵਾਦਾਰ ਜੈ ਸਿੰਘ ਨੂੰ ਪਹਿਰੇ ਪੈਣ ਲਈ ਕਿਹਾ, ਪਰ ਉਸਨੇ ਵੀ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ। ਬਹਾਨਾ ਬਣਾਇਆ ਕਿ ਮੇਰੇ ਘਰ ਵਾਲੀ ਇਕੱਲੀ ਘਰ ਵਿੱਚ ਹੈ, ਉਹ ਡਰਦੀ ਰਹੇਗੀ। ਗੋਰੀਆ ਮੱਲ ਨੇ ਉਸਨੂੰ 4 ਆਨੇ ਦੇ ਕੇ ਕਿਹਾ, ਆ ਲੈ ਆਪਣਾ ਕਿਰਾਇਆ, ਘਰੇ ਕਿਸੇ ਹੋਰ ਬੁੱਢੀ ਨੂੰ ਪਾ ਦੇਵੀਂ। ਜੈ ਸਿੰਘ ਮੰਨ ਗਿਆ ਅਤੇ ਬਾਬਾ ਜੀ ਪਾਸ ਆ ਗਿਆ। ਨਮਸਕਾਰ ਕਰਕੇ ਹੁਕਮ ਪੁੱਛਣ ਲੱਗਾ। ਹਜੂਰ ਨੇ ਹੁਕਮ ਕੀਤਾ, ਸਾਹਮਣੇ ਕੰਧ ਨੂੰ ਢੋ ਲਾ ਕੇ ਬੈਠ ਜਾ, ਸਾਰੀ ਰਾਤ ਇੱਥੇ ਹੀ ਬੈਠਣਾ ਹੈ। ਸਤਬਚਨ ਕਹਿ ਕੇ ਜੈ ਸਿੰਘ ਕੰਧ ਨਾਲ ਆਸਰਾ ਲੈ ਕੇ ਬੈਠ ਗਿਆ। ਅੱਧੀ ਰਾਤ ਹੋਈ ਤਾਂ ਕੀ ਵੇਖਿਆ, ਬਾਬਾ ਜੀ ਹਜੂਰੀ ਅੰਦਰ ਇੱਕ ਬੜੀ ਡਰਾਵਣੀ ਰੂਹ ਖੜੀ ਹੈ। 2 ਉਂਗਲਾਂ ਮੂੰਹ ਵਿੱਚ ਪਾ ਰੱਖੀਆਂ ਹਨ। ਜੈ ਸਿੰਘ ਨੂੰ ਯਕੀਨ ਨਾ ਆਵੇ ਕਿ ਮੈਂ ਸੁਪਨਾ ਦੇਖ ਰਿਹਾ ਹਾਂ ਕਿ ਹਕੀਕਤ। ਇੰਨੀ ਦੇਰ ਨੂੰ ਬਾਬਾ ਜੀ ਬਾਹਰ ਆਏ ਤੇ ਪੁੱਛਣ ਲੱਗੇ ਕਿ ਜੈ ਸਿੰਘ ਡਰਿਆ ਤਾਂ ਨਹੀਂ, ਕੀ ਦੇਖਿਆ? ਜੋ ਕੁਝ ਵੇਖਿਆ ਸੀ ਉਸਨੇ ਦੱਸ ਦਿੱਤਾ। ਹਜੂਰ ਨੇ ਬਚਨ ਕੀਤਾ, ਹੁਣ ਬਾਕੀ ਦੀ ਰਾਤ ਤੂੰ ਆਰਾਮ ਨਾਲ ਬੇਫਿਕਰ ਹੋ ਕੇ ਸੌਂ ਜਾ। ਸਵੇਰ ਹੋ ਗਈ ਤਾਂ ਜੈ ਸਿੰਘ ਦੇ ਸਾਥੀ ਆਪਣੇ ਗੱਡਿਆਂ ਦੇ ਕਿਰਾਏ ਦਾ ਸਮਾਨ ਲੱਦ ਕੇ ਲੈ ਆਏ ਅਤੇ ਉਸਨੂੰ ਆ ਕੇ ਕਹਿਣ ਲੱਗੇ, ਤੂੰ ਵੀ ਸਾਡੇ ਨਾਲ ਚੱਲ। ਉਹ ਡਰਦਾ ਜਾਂਦਾ ਨਹੀਂ ਸੀ। ਇਤਨੇ ਬਾਬਾ ਜੀ ਆ ਗਏ। ਪੁੱਛਣ ਲੱਗੇ, ਕੀ ਗੱਲ ਹੈ? ਜੈ ਸਿੰਘ ਨੇ ਕਿਹਾ, ਹਜੂਰ ਮੇਰੇ ਸਾਥੀ ਭਾੜੇ ਦਾ ਸਮਾਨ ਲੱਦ ਲਿਆਏ ਹਨ, ਮੈਂ ਵੀ ਜਾਣਾ ਸੀ। ਬਾਬਾ ਜੀ ਕਹਿਣ ਲੱਗੇ, ਕਿੰਨਾ ਕਿਰਾਇਆ ਮਿਲਦਾ ਹੈ? ਜੀ 4 ਆਨੇ ਮਿਲਦੇ ਹਨ। ਹਜੂਰ ਹੱਸ ਕੇ ਕਹਿਣ ਲੱਗੇ, ਆ ਲੈ 4 ਆਨੇ, ਪਰ ਸਾਡੀ ਆਗਿਆ ਤੋਂ ਬਿਨਾਂ ਜਾਣਾ ਨਹੀਂ। ਥੋੜੇ ਹੀ ਮਿੰਟਾਂ ਬਾਅਦ ਚੜ੍ਹਤ ਸਿੰਘ ਸੇਵਾਦਾਰ ਆ ਗਿਆ। ਉਸਨੇ ਬਾਬਾ ਜੀ ਦੇ ਚਰਨਾਂ ਅੱਗੇ ਮੱਥਾ ਟੇਕਿਆ ਤੇ ਬੈਠ ਗਿਆ। ਹਜੂਰ ਨੇ ਬਚਨ ਕੀਤਾ, ਜੈ ਸਿੰਘ ਹੁਣ ਤੂੰ ਜਾ ਸਕਦਾ ਹੈ, ਸਾਡਾ ਸੇਵਕ ਆ ਗਿਆ ਹੈ। ਜੈ ਸਿੰਘ ਘਰ ਚਲਾ ਗਿਆ। ਚੜ੍ਹਤ ਸਿੰਘ ਦਾ ਲੜਕਾ ਦੀਵਾਨ ਸਿੰਘ ਆ ਕੇ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਆਪਣੀ ਮੱਝ ਨਹੀਂ ਮਿਲਦੀ, ਮੱਝ ਦੁੱਧ ਨਹੀਂ ਦਿੰਦੀ, ਤੁਸੀਂ ਘਰ ਚਲੇ ਜਾਓ। ਬਾਬਾ ਜੀ ਤੋਂ ਆਗਿਆ ਲੈ ਕੇ ਚੜ੍ਹਤ ਸਿੰਘ ਆਪਣੇ ਪੁੱਤਰ ਦੀਵਾਨ ਸਿੰਘ ਨੂੰ ਹਜੂਰ ਦੀ ਸੇਵਾ ਵਿੱਚ ਬਿਠਾ ਕੇ ਚਲਾ ਗਿਆ। ਉਸ ਨੂੰ ਸਮਝਾ ਗਿਆ ਕਿ ਬਿਨਾਂ ਹੁਕਮ ਕਿਸੇ ਪਾਸੇ ਨਹੀਂ ਜਾਣਾ ਆਉਣਾ।
ਕਾਫੀ ਦੇਰ ਬੈਠਣ ਤੋਂ ਬਾਅਦ ਅੱਖ ਤੱਕ ਕੇ ਸੋਚਣ ਲੱਗਾ, ਇੱਥੇ ਬੈਠਣ ਦਾ ਕੀ ਫਾਇਦਾ, ਸਾਧਾ ਕੋਲ ਕੀ ਹੈ, ਕਿਉਂ ਨਾ ਬਾਬਾ ਜੀ ਤੋਂ ਆਗਿਆ ਲੈ ਲਈ ਜਾਵੇ। ਹਜੂਰ ਨੇ ਆਗਿਆ ਨਾ ਦਿੱਤੀ। ਥੋੜਾ ਸਮਾਂ ਬੈਠ ਕੇ ਅੱਖ ਬਚਾ ਕੇ ਘਰ ਨੂੰ ਚਲਾ ਆਇਆ। ਘਰ ਦੇ ਕਿਸੇ ਵੀ ਜੀਅ ਨੂੰ ਦੱਸਿਆ ਨਹੀਂ ਕਿ ਮੈਂ ਬਿਨਾਂ ਆਗਿਆ ਤੋਂ ਆਇਆ ਹਾਂ। ਰਾਤ ਪੈ ਗਈ ਤਾਂ ਬਹੁਤ ਡਰਾਉਣੇ ਦ੍ਰਿਸ਼ ਸਾਹਮਣੇ ਆਉਣ ਲੱਗੇ। ਡਰਦਾ ਹੋਇਆ ਚੀਕਾਂ ਮਾਰੇ। ਸਾਰੇ ਘਰ ਵਾਲੇ ਡਰ ਗਏ ਕਿ ਮੁੰਡੇ ਨੂੰ ਕੀ ਹੋ ਗਿਆ। ਪਿਤਾ ਨੇ ਪੁੱਛਿਆ ਕਿ ਆਗਿਆ ਲੈ ਕੇ ਆਇਆ ਸੀ। ਉੱਤਰ ਵਿੱਚ ਨਹੀਂ ਕਿਹਾ। ਚੜ ਸਿੰਘ ਚੜ ਸਮਝ ਗਿਆ। ਉਸ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਆ ਗਿਆ ਤੇ ਕਹਿਣ ਲੱਗਾ, ਮਹਾਰਾਜ, ਇਸ ਨੂੰ ਡਰ ਲੱਗਦਾ ਹੈ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਾਕਾ, ਸਾਧਾ ਕੋਲ ਕੀ ਹੈ। ਦੀਵਾਨ ਸਿੰਘ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਤਾਂ ਹਜੂਰ ਨੇ ਬਚਨ ਕੀਤਾ, ਚੰਗਾ, ਜਾ, ਹੁਣ ਡਰ ਨਹੀਂ ਲੱਗਣਾ। ਨਾਲ ਹੀ ਮੱਟੀ ਦਾ ਜਲ ਵੀ ਦਿੱਤਾ। ਉਹ ਠੀਕ ਹੋ ਗਿਆ। ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ। ਪਰਮਾਤਮਾ ਤੋਂ ਬਿਨਾਂ ਇਸ ਜਗਤ ਦੇ ਅੰਦਰ ਤੇਰਾ ਕੋਈ ਸਹਾਈ ਨਹੀਂ ਹੁੰਦਾ। ਇਹ ਮਾਤਾ, ਪਿਤਾ, ਪੁੱਤਰ, ਧੀਆਂ, ਇਸਤਰੀ ਤੇਰੇ ਦੁੱਖ ਵਿੱਚ ਸਹਾਈ ਨਹੀਂ ਹੁੰਦੇ। ਸਿਰਫ ਤੇਰੀ ਸੇਵਾ ਹੀ ਕਰ ਸਕਦੇ ਹਨ, ਪਰ ਦੁੱਖ ਨਹੀਂ ਵੰਡਾ ਸਕਦੇ। ਤੇਰੇ ਦੁੱਖ ਦਾ ਸਹਾਈ ਵੰਡਾਵਣ ਵਾਲਾ ਇੱਕ ਪਰਮੇਸ਼ਰ ਦਾ ਨਾਮ ਹੈ। ਇਹ ਆਪਣੀ ਕਿਰਪਾ ਸਦਕਾ ਤੇਰੇ ਦੁੱਖ ਦੀ ਨਿਵਰਤੀ ਕਰ ਸਕਦਾ ਹੈ। ਇਹ ਤੇਰੀ ਰੱਖਿਆ ਕਰ ਸਕਦਾ ਹੈ। ਬਾਕੀ ਸਭ ਸਵਾਰਥੀ ਹਨ। ਧਨ ਦੌਲਤ, ਜ਼ਮੀਨ ਤੇ ਸੰਪਤੀ ਜਿਸੇ ਤੂੰ ਆਪਣਾ ਹੱਕ ਜਤਾਉਂਦਾ ਹੈ, ਸਵਾਸ ਖਤਮ ਹੁੰਦਿਆਂ ਹੀ ਪਰਾਏ ਹੋ ਜਾਣਗੇ। ਅੰਤਲੇ ਸਮੇਂ ਤਾਂ 4 ਕੱਪੜੇ ਹੀ ਹੁੰਦੇ ਹਨ, ਉਹ ਵੀ ਪਰਾਏ ਹੋ ਜਾਂਦੇ ਹਨ। ਹੇ ਇਨਸਾਨ, ਉਹ ਪਰਮਾਤਮਾ ਜੋ ਦੀਨਾ ਤੇ ਦਇਆ ਕਰਨ ਵਾਲਾ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਸ ਨਾਲ ਕਦੇ ਪਿਆਰ ਨਹੀਂ ਵਧਾਇਆ। ਇਹ ਜਗਤ ਰਾਤ ਦੇ ਸੁਪਨੇ ਦੇ ਨਿਆਈ ਹੈ, ਜੋ ਅੱਖ ਖੁੱਲ੍ਹਦਿਆਂ ਹੀ ਨਸ਼ਟ ਹੋ ਜਾਂਦਾ ਹੈ। ਦੁੱਖਾਂ ਨੂੰ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਸਮਝੋ, ਜਿਸ ਨੂੰ ਸਿਮਰ ਕੇ ਅਜਾਮਲ ਤੇ ਗਨਕਾ ਪੂਰਨ ਤੌਰ ਤੇ ਮੁਕਤ ਹੋ ਗਏ ਸਨ। ਉਸ ਦੇ ਪਿਆਰਿਆਂ ਭਾਵ ਮਹਾਂਪੁਰਸ਼ਾਂ ਦੀ ਸੇਵਾ ਕਰੋ। ਨਾਰਦ ਮੁਨੀ ਦਾ ਉਪਦੇਸ਼ ਸੁਣ ਕੇ ਬਾਲਕ ਧਰੂ ਪਰਮੇਸ਼ਰ ਦੇ ਭਜਨ ਵਿੱਚ ਲੱਗ ਗਿਆ। ਉਸਨੇ ਅਚਲ ਅਸਥਿਰ ਸਦੀਵੀ ਤੇ ਨਿਰਭੈ ਪਦ ਮੁਕਤੀ ਨੂੰ ਪ੍ਰਾਪਤ ਕਰ ਲਿਆ ਸੀ। ਨਾਮ ਸਿਮਰਨ ਵਾਲੇ ਭਗਤਾਂ ਦੀ ਰੱਖਿਆ ਪ੍ਰਭੂ ਆਪ ਕਰਦਾ ਹੈ। ਉਸ ਗੁਰਦੇਵ ਪਾਰ ਬ੍ਰਹਮ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝੋ, ਜੋ ਸਰਬ ਦੁੱਖ ਨਿਵਾਰਨ ਹੈ। ਇਸੇ ਹੀ ਤਰ੍ਹਾਂ ਬਾਬਾ ਜੀ ਮਹਾਹਰਨਾਮ ਸਿੰਘ ਜੀ ਦੀ ਕਿਰਪਾ ਦੁਆਰਾ ਨਾਮ ਸਿਮਰਨ ਵਾਲੇ ਅਤੇ ਸੇਵਾ ਕਰਨ ਵਾਲੇ ਭਾਈ ਮਹਿਤਾਬ ਸਿੰਘ ਦੇ ਘਰੇਲੂ ਦੁੱਖ ਦੀ ਨਿਵਰਤੀ ਹੋਈ। ਮਹਾਂਪੁਰਖ ਇਹ ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਹਨ। ਆਪਣੀ ਗਤਿ ਆਪ ਜਾਣੇ, ਸੁਣ ਸੁਣ ਅਵਰ ਵਖਾਨੈ। ਮਹਿਤਾਬ ਸਿੰਘ ਦੁੱਧ ਦੀ ਸੇਵਾ ਕਰਦੇ ਰਹਿੰਦੇ ਸਨ। ਰੂਮੀ ਰਹਿਣ ਸਮੇਂ ਵੀ ਦੁੱਧ ਲੈ ਕੇ ਜਾਂਦੇ ਸਨ। ਪਲੇਗ ਦੀ ਬਿਮਾਰੀ ਆਪਣੇ ਜੋਬਨ ਤੇ ਸੀ। ਘਰ ਘਰ ਅੰਦਰ ਫੈਲ ਚੁੱਕੀ ਸੀ। ਮਹਿਤਾਬ ਸਿੰਘ ਦਾ ਲੜਕਾ ਅਰਜਨ ਸਿੰਘ ਬਿਮਾਰ ਹੋ ਗਿਆ। ਬਿਮਾਰੀ ਜਿਸ ਪ੍ਰਾਣੀ ਨੂੰ ਹੋ ਜਾਂਦੀ ਸੀ, ਉਸ ਨੂੰ ਬਿਮਾਰ ਸਮਝਿਆ ਜਾਂਦਾ ਸੀ, ਕਿਉਂਕਿ ਉਹਨਾਂ ਦਿਨਾਂ ਵਿੱਚ ਇਲਾਜ ਵੀ ਘੱਟ ਹੀ ਹੁੰਦਾ ਸੀ। ਭਵਿੱਖ ਵਚਨ ਕਰਨ ਸਮੇਂ ਸੰਤ ਬਾਬਾ ਮਹਾਹਰਨਾਮ ਸਿੰਘ ਜੀ ਫਰਮਾਇਆ ਕਰਦੇ ਸਨ ਕਿ ਕੋਈ ਸਮਾਂ ਆਵੇਗਾ, ਮਨੁੱਖੀ ਸਿਆਣਪ ਬਹੁਤ ਵੱਧ ਜਾਏਗੀ, ਮੁਰਦੇ ਨੂੰ ਵੀ ਜਿਉਂਦਾ ਕਰ ਲੈਣਗੇ। ਭਾਈ ਨੀਲਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਫਿਰ ਗੁਰੂ ਪਰਮੇਸ਼ਰ ਨੂੰ ਕੌਣ ਮੰਨੇਗਾ। ਬਾਬਾ ਜੀ ਨੇ ਵਚਨ ਕੀਤਾ, ਨੀਲਾ ਸਿੰਘ,
ਪਰਮੇਸ਼ਰ ਨੂੰ ਮੰਨਣੋਂ ਤਾਂ ਪਹਿਲਾਂ ਹੀ ਹਟ ਜਾਣਗੇ। ਕੋਈ ਵਿਰਲਾ ਹੀ ਜਪੇਗਾ, ਪਰ ਜਦ ਮੁਰਦਾ ਜੀਵਤ ਹੋ ਜਾਏਗਾ ਤਾਂ ਜ਼ਬਰਦਸਤੀ ਕਿਸੇ ਨੂੰ ਨਹੀਂ ਮੰਨਣ ਦਿੱਤਾ ਜਾਵੇਗਾ। ਜੋ ਨਾਮ ਜਪੇਗਾ ਸਜ਼ਾ ਦਾ ਹੱਕਦਾਰ ਸਮਝਿਆ ਜਾਵੇਗਾ ਅਤੇ ਸੰਸਾਰ ਦਾ ਨਾਸ਼ ਵੀ ਖਾਤਮਾ ਉਸੇ ਵਕਤ ਹੋਵੇਗਾ। ਬਾਬਾ ਮਹਿਤਾਬ ਸਿੰਘ ਰੋਜ਼ ਨੇਮ ਨਾਲ ਦੁੱਧ ਦੀ ਸੇਵਾ ਬਰਕਰਾਰ ਰੱਖਣ ਲਈ ਬਾਬਾ ਜੀ ਕੋਲ ਦੁੱਧ ਲੈ ਕੇ ਪਹੁੰਚੇ। ਹਜ਼ੂਰ ਨੇ ਘਰੇਲੂ ਹਾਲਤ ਪੁੱਛੀ। ਬਜ਼ੁਰਗ ਮਹਿਤਾਬ ਸਿੰਘ ਨੇ ਲੜਕੇ ਦੀ ਬਿਮਾਰੀ ਬਾਬਤ ਦੱਸਿਆ। ਜਿਸ ਸਮੇਂ ਇਹ ਸਾਰੀ ਵਿੱਥਿਆ ਸੁਣਾ ਰਿਹਾ ਸੀ, ਬਾਬਾ ਜੀ ਅੰਤਰ ਧਿਆਨ ਹੋ ਗਏ। ਉਸਨੇ ਬੇਨਤੀ ਕਰ ਲਈ, ਪਰ ਹਜ਼ੂਰ ਆਪਣੇ ਨਿੱਜੀ ਆਨੰਦ ਵਿੱਚ ਮਸਤ ਰਹੇ। ਸਮਾਂ ਬੀਤਦਾ ਗਿਆ। ਮਹਿਤਾਬ ਸਿੰਘ ਵੀ ਹੁਕਮ ਦੀ ਉਡੀਕ ਅੰਦਰ ਬੈਠਾ ਰਿਹਾ। 3 ਘੰਟੇ ਬਾਅਦ ਹਜ਼ੂਰ ਨੇ ਨੇਤਰ ਖੋਲ੍ਹੇ। ਮਹਾਂਪੁਰਖ ਜਦੋਂ ਇਹੀ ਜਿਹੀ ਬਿਰਤੀ ਵਿੱਚ ਹੋ ਜਾਣ ਤਾਂ ਇਸ ਅੰਦਰ ਮਾਨਵ ਦਾ ਭਲਾ ਹੈ, ਜਿਵੇਂ ਟੂਟੀ ਗਾਂਢਨਹਾਰ ਗੋਪਾਲ ਨਾਲ ਇੱਕ ਰੂਪ ਹੋ ਕੇ ਜੋ ਵੀ ਕਰਨ ਪ੍ਰਵਾਨ ਹੁੰਦਾ ਹੈ। ਹਰ ਸੰਤ ਕਰੇ ਸੋਈ ਪ੍ਰਵਾਨ। ਉਪਰੋਕਤ ਫਰਮਾਨ ਵਰਤਿਆ ਤਾਂ ਹਜ਼ੂਰ ਨੇ ਬਚਨ ਕੀਤਾ, ਮਹਿਤਾਬ ਸਿੰਘ ਸ਼ੁੱਧ ਹੈ, ਘਰ ਚਲੇ ਜਾਓ, ਬੱਚਾ ਠੀਕ ਠਾਕ ਹੈ। ਮਾਈ ਉਸ ਲਈ ਦੁੱਧ ਠੰਡਾ ਕਰ ਰਹੀ ਹੈ, ਤੁਹਾਡੀ ਉਡੀਕ ਵਿੱਚ ਹੈ, ਤੁਹਾਡੇ ਜਾਣ 'ਤੇ ਦੁੱਧ ਪਿਆਏਗੀ। ਮਹਿਤਾਬ ਸਿੰਘ ਦੇ ਜਾਣ ਉਪਰੰਤ ਮਾਈ ਨੇ ਦੁੱਧ ਬੱਚੇ ਨੂੰ ਪਿਲਾਇਆ। ਉਸਨੇ ਬੱਚੇ ਨਾਲ ਪਿਆਰ ਕੀਤਾ। ਬਾਬਾ ਜੀ ਦਾ ਲੱਖ ਲੱਖ ਸ਼ੁਕਰਾਨਾ ਕੀਤਾ। ਬੱਚਾ ਠੀਕ ਠਾਕ ਸੀ। ਇਉਂ ਮਹਿਸੂਸ ਹੋ ਰਿਹਾ ਸੀ ਕਿ ਕਦੀ ਬਿਮਾਰ ਹੀ ਨਹੀਂ ਹੋਇਆ।